ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਦਇਆ ਸਿੰਘ ਲੈਕਚਰਰ ਇਨ ਮਕੈਨੀਕਲ ਡਿਪਾਰਟਮੈਂਟ। ਅੱਜ ਮੈਂ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਸਾਈਕੋਮੈਟ੍ਰਿਕ ਚਾਰਟ। ਸੋ ਸਾਈਕੋਮੈਟ੍ਰਿਕ ਚਾਰਟ ਕੀ ਹੈ, ਇਸ ਦਾ ਇਸਤੇਮਾਲ ਅਸੀਂ ਕਿਉਂ ਕਰਦੇ ਹਾਂ, ਕਿੱਥੇ ਕਰਦੇ ਹਾਂ, ਸਾਈਕੋਮੈਟ੍ਰਿਕ ਚਾਰਟ ਕਿਵੇਂ ਤਿਆਰ ਹੁੰਦਾ ਹੈ, ਸੋ ਉਸ ਦੇ ਬਾਰੇ ਅਸੀਂ ਇਸ ਵੀਡੀਓ ਦੇ ਵਿੱਚ ਅੱਜ ਡਿਸਕਸ ਕਰਾਂਗੇ। ਇਸ ਚੀਜ਼ ਨੂੰ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਇਹ ਦੇਖ ਲਈਏ ਕਿ ਇੱਕ ਸਾਈਕੋਮੈਟ੍ਰਿਕ ਪ੍ਰੋਸੈਸ ਕੀ ਹੁੰਦੀ ਹੈ। ਸਾਈਕੋਮੈਟਰੀ ਦੇ ਬਾਰੇ ਅਸੀਂ ਪਿਛਲੀਆਂ ਕੁਝ ਵੀਡੀਓਜ਼ ਦੇ ਵਿੱਚ ਵੀ ਡਿਸਕਸ ਕਰ ਚੁੱਕੇ ਹਾਂ ਕਿ ਸਾਈਕੋਮੈਟਰੀ ਕੀ ਚੀਜ਼ ਹੈ, ਇਹਨਾਂ ਦੀਆਂ ਪ੍ਰੋਸੈਸਿਸ ਕਿਹੜੀਆਂ ਹੁੰਦੀਆਂ ਨੇ। ਹੁਣ ਇੱਕ ਵਾਰੀ ਫਿਰ ਬਰੀਫਲੀ ਇਹਨੂੰ ਡਿਸਕਸ ਕਰਦੇ ਹਾਂ। ਕਹਿੰਦਾ ਇਟ ਇਜ਼ ਅ ਬ੍ਰਾਂਚ ਆਫ ਸਾਇੰਸ ਵਿਚ ਡੀਲਸ ਵਿਦ ਦ ਸਟੱਡੀ ਆਫ ਮੋਇਸਟ ਏਅਰ, ਕਿ ਇਹ ਸਾਇੰਸ ਦੀ ਉਹ ਬ੍ਰਾਂਚ ਹੈ ਜੋ ਕਿ ਨਮ ਹਵਾ ਦੇ ਸਟੱਡੀ ਦੇ ਰਿਗਾਰਡਿੰਗ ਡੀਲ ਕਰਦੀ ਹੈ। ਕਹਿੰਦਾ ਜੀ ਇਟਸ ਐਨ ਆਰਟ ਆਫ ਮੈਜ਼ਰਿੰਗ ਦ ਵਾਟਰ ਕੰਟੈਂਟਸ ਆਫ ਏਅਰ, ਕਿ ਜੋ ਏਅਰ ਹੈ ਉਸ ਦੇ ਅੰਦਰ ਕਿਸ ਮਾਤਰਾ ਦੇ ਵਿੱਚ ਪਾਣੀ ਮੌਜੂਦ ਹੈ, ਉਸ ਦੀ ਸਟੱਡੀ ਨੂੰ ਅਸੀਂ ਸਾਈਕੋਮੈਟਰੀ ਕਾਊਂਟ ਕਰਦੇ ਹਾਂ, ਜਿਹਦੇ ਵਿੱਚ ਅਲੱਗ-ਅਲੱਗ ਟਰਮਸ ਅਸੀਂ ਯੂਜ਼ ਕਰਾਂਗੇ, ਉਹਦੇ ਬਾਰੇ ਅਸੀਂ ਇਸ ਦੇ ਵਿੱਚ ਸਟੱਡੀ ਕਰਾਂਗੇ। ਸੋ ਇਸੇ ਹੀ ਸਾਈਕੋਮੈਟਰੀ ਨੂੰ ਜਦੋਂ ਅਸੀਂ ਸਟੱਡੀ ਕਰਦੇ ਹਾਂ ਤਾਂ ਜਦੋਂ ਉਹ ਸਾਈਕੋਮੈਟ੍ਰਿਕ ਪ੍ਰੋਸੈਸਿਸ ਨੂੰ ਅਸੀਂ ਇੱਕ ਕਾਮਨ ਚਾਰਟ ਦੇ ਉੱਤੇ ਪਲਾਟ ਕਰਦੇ ਹਾਂ ਤਾਂ ਉਸ ਚਾਰਟ ਨੂੰ ਅਸੀਂ ਸਾਈਕੋਮੈਟ੍ਰਿਕ ਚਾਰਟ ਕਾਊਂਟ ਕਰਦੇ ਹਾਂ। ਆਓ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਸਾਈਕੋਮੈਟ੍ਰਿਕ ਚਾਰਟ ਦੇ ਬਾਰੇ। ਸੋ ਸਾਈਕੋਮੈਟ੍ਰਿਕ ਚਾਰਟ ਕੀ ਹੈ, ਕਿਸ ਤਰੀਕੇ ਦੇ ਨਾਲ ਇਸ ਨੂੰ ਤਿਆਰ ਕੀਤਾ ਜਾਂਦਾ ਹੈ। It's a boot-shaped graphical representation prepared to show various thermodynamic properties of moist air used for air conditioning calculations। कि ये एक boot-shaped graphical representation है, जुत्ती दे वांगू लगता है देखने नूं ये, जो कि prepare किया गया है various thermodynamic properties of moist air, कि जो moist air है उस दियाँ जो different थर्मोडायनमिक प्रॉपर्टीज़ ने, जिमें कि उसका ड्राई बल्ब टैंपरेचर, वैट बल्ब टैंपरेचर, उसका ड्यू पॉइंट टैंपरेचर, उसकी एंथैल्पी, उसकी स्पैसिफिक ह्यूमिडिटी। सो इन्हां सारियां प्रॉपर्टीज़ नूं असीं शो कर सकते हाँ, रिप्रजेंट कर सकते हाँ, जो कि फरदर हैल्प करनगियां एयर कंडीशनिंग दियां कैलकुलेशनस दे वास्ते। नैक्सट पॉइंट दे विच गल कर रहे द वैल्यूज़ आर बेस्ड ऑन एक्चुअल मेजरमेंट वेरीफाइड फॉर थर्मोडायनमिक कंसिस्टेंसी, कि ਜਿਹੜੀਆਂ डिफरेंट वैल्यूज़ ने जो इत्थे असी रिप्रजेंट करांगे ग्राफ के उपर, वो बेस्ड होणगियां एक्चुअल मेजरमेंट्स के उत्ते। नैक्सट पॉइंट दे विच वो गल कर रहे द साइकोमैट्रिक चार्ट इज़ नॉर्मली ड्रॉन फॉर स्टैंडर्ड एटमोसफेरिक प्रेशर ऑफ 760 mm of Hg on which the graphic lines gives the conditions of the air। ਇਹਦੇ ਵਿੱਚੋਂ ਗੱਲ ਕਰ ਰਿਹਾ ਜਿਹੜਾ ਸਾਈਕੋਮੈਟ੍ਰਿਕ ਚਾਰਟ ਅਸੀਂ ਪਲਾਟ ਕਰਾਂਗੇ ਉਹ ਬੇਸਿਕਲੀ ਸਟੈਂਡਰਡ ਐਟਮੋਸਫੇਰਿਕ ਪ੍ਰੈਸ਼ਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਲਾਟ ਕੀਤਾ ਜਾਂਦਾ, ਜੋ ਕਿ ਸਾਡਾ ਨਾਰਮਲੀ ਅਸੀਂ ਕਾਊਂਟ ਕਰਦੇ ਹਾਂ 1.01325 ਬਾਰਸ, ਜਿਹਦੇ ਉੱਤੇ ਸੋ ਡਿਫਰੈਂਟ ਜੋ ਗ੍ਰਾਫਿਕ ਲਾਈਨਸ ਹੋਣਗੀਆਂ ਉਹ ਡਿਫਰੈਂਟ ਕੰਡੀਸ਼ਨਸ ਆਫ ਏਅਰ ਨੂੰ ਰਿਪਰੈਜ਼ੈਂਟ ਕਰਨਗੀਆਂ। ਨੈਕਸਟ ਅਸੀਂ ਗੱਲ ਕਰਦੇ ਹਾਂ ਕੁਝ ਸਾਡੇ ਕੋਲ ਕੰਡੀਸ਼ਨਸ ਨੇ ਕਿ ਇਸ ਚਾਰਟ ਦੇ ਉੱਤੇ ਅਸੀਂ ਕਿਸ ਤਰ੍ਹਾਂ ਦੀਆਂ ਲਾਈਨਸ ਪਲਾਟ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਇਸ ਚਾਰਟ ਦੇ ਉੱਤੇ ਜੋ ਲਾਈਨਸ ਪਲਾਟ ਕੀਤੀਆਂ ਜਾਂਦੀਆਂ ਨੇ, ਡਰਾਈ ਬਲਬ ਟੈਂਪਰੇਚਰ ਇਹਨੂੰ ਅਸੀਂ ਡਿਨੋਟ ਕਰਦੇ ਹਾਂ TDB ਦੇ ਨਾਲ, ਇਹ ਅਸੀਂ ਡਿਗਰੀ ਸੈਂਟੀਗ੍ਰੇਡ ਦੇ ਵਿੱਚ ਨੋਟ ਕਰਦੇ ਹਾਂ। ਇਸੇ ਤਰ੍ਹਾਂ ਹੀ ਵੈਟ ਬਲਬ ਟੈਂਪਰੇਚਰ ਹੈ, ਇਹਨੂੰ ਅਸੀਂ TWB ਦੇ ਨਾਲ ਡਿਨੋਟ ਕਰਾਂਗੇ। ਡਿਊ ਪੁਆਇੰਟ ਟੈਂਪਰੇਚਰ ਹੈ, ਇਸ ਨੂੰ ਅਸੀਂ TDP ਦੇ ਨਾਲ ਡਿਨੋਟ ਕਰਾਂਗੇ। ਸਪੈਸੀਫਿਕ ਹਿਊਮਿਡਿਟੀ ਜਾਂ ਮੋਇਸਚਰ ਕੰਟੈਂਟ ਹੈ, ਜਾਂ ਇਸ ਨੂੰ ਅਸੀਂ ਇੱਕ ਹੋਰ ਚੀਜ਼ ਕਰਦੇ ਹਾਂ ਹਿਊਮਿਡਿਟੀ ਰੇਸ਼ੀਓ, ਉਸ ਨੂੰ ਅਸੀਂ ਗ੍ਰਾਮ ਪਰ kg, ਕਿ ਆਪਣੇ ਕੋਲ ਕਿੰਨੇ ਗ੍ਰਾਮ ਵਾਟਰ ਪਰ kg ਆਫ ਏਅਰ ਦੇ ਵਿੱਚ ਪ੍ਰੈਜ਼ੈਂਟ ਹੈ। ਰਿਲੇਟਿਵ ਹਿਊਮਿਡਿਟੀ ਇਸ ਨੂੰ ਅਸੀਂ φ ਦੇ ਨਾਲ ਡਿਨੋਟ ਕਰਦੇ ਹਾਂ ਔਰ ਇਸ ਨੂੰ ਅਸੀਂ ਪਰਸੈਂਟੇਜ ਦੇ ਵਿੱਚ ਕੈਲਕੂਲੇਟ ਕਰਦੇ ਹਾਂ। ਐਂਥੈਲਪੀ ਔਰ ਟੋਟਲ ਹੀਟ H, ਇਹਨੂੰ ਅਸੀਂ ਕਿਲੋ ਜਾਊਲ ਪਰ kg ਦੇ ਨਾਲ ਡਿਨੋਟ ਕਰਾਂਗੇ। ਸਪੈਸੀਫਿਕ ਵੋਲਿਊਮ ਇਨ ਕਿਊਬਿਕ ਮੀਟਰ ਪਰ kg, ਵੇਪਰ ਪ੍ਰੈਸ਼ਰ ਇਨ mm ਆਫ Hg। ਸੋ ਇਹ ਸਾਡੇ ਕੋਲ ਕੁਝ ਵੈਲਿਊਜ਼ ਨੇ ਜੋ ਕਿ ਅਸੀਂ ਰਿਪਰੈਜ਼ੈਂਟ ਕਰਾਂਗੇ ਚਾਰਟ ਦੇ ਉੱਪਰ। ਔਰ ਨੈਕਸਟ ਪੁਆਇੰਟ ਦੇ ਵਿੱਚ ਗੱਲ ਕਰ ਰਿਹਾ, ਕਹਿੰਦਾ ਸੱਚ ਅ ਚਾਰਟ ਹੈਲਪ ਟੂ ਰੈਡੀਲੀ ਮੇਜ਼ਰ ਦ ਪ੍ਰੋਪਰਟੀਜ਼ ਆਫ ਏਅਰ, ਐਲੀਮੀਨੇਟ ਟਾਈਮ ਕੰਜ਼ਿਊਮਿੰਗ ਐਂਡ ਟੈਡੀਅਸ ਕੈਲਕੂਲੇਸ਼ਨਸ ਵਿਚ ਵੁੱਡ ਅਦਰਵਾਈਜ਼ ਬੀ ਨੈਸੈਸਰੀ, ਕਿ ਇਸ ਤਰ੍ਹਾਂ ਅਸੀਂ ਚਾਰਟ ਪਲਾਟ ਕਰਕੇ ਅਸੀਂ ਜੋ ਕੈਲਕੂਲੇਸ਼ਨਸ ਕਰਨੀਆਂ ਨੇ, ਜੋ ਕਾफ़ी ਕੰਪਲੀਕੇਟਡ ਕੈਲਕੂਲੇਸ਼ਨਸ ਹੁੰਦੀਆਂ ਨੇ, ਉਹ ਈਜ਼ੀ ਕਰ ਲੈਂਦੇ ਆ ਅਤੇ ਕਾफ़ी ਸਾਰਾ ਟਾਈਮ ਵੀ ਬਚਾ ਲੈਂਦੇ ਆ। ਸੋ ਆਓ ਹੁਣ ਦੇਖਦੇ ਹਾਂ ਜੀ ਚਾਰਟ ਕਿਸ ਤਰ੍ਹਾਂ ਦਾ ਸ਼ੋ ਹੋਊਗਾ। ਸਾਹਮਣੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਜੀ ਇੱਕ ਸਾਈਕੋਮੈਟ੍ਰਿਕ ਚਾਰਟ।
देखने ਨੂੰ ਲੱਗ ਰਿਹਾ ਕਿ ਕਾਫੀ ਕੰਪਲਿਕੇਟਿਡ ਹੈ, ਬਟ ਇਹਨਾਂ ਕੰਪਲਿਕੇਟਿਡ ਹੈ ਨਹੀਂ ਆ। ਜਿਵੇਂ ਕਿ ਅਸੀਂ ਹੁਣੇ ਡਿਸਕਸ ਕਰਕੇ ਹਟੇ ਹਾਂ ਕਿ ਇਹਦੇ ਤੇ ਅਸੀਂ ਡਿਫਰੈਂਟ ਲਾਈਨਸ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਜੋ ਕਿ ਸਾਨੂੰ ਸ਼ੋ ਕਰ ਰਹੀਆਂ ਨੇ ਡਿਫਰੈਂਟ ਕੰਡੀਸ਼ਨਸ ਆਫ ਦਾ ਮੋਇਸਚਰ। ਹੁਣ ਇੱਥੇ ਤੁਸੀਂ ਦੇਖ ਰਹੇ ਹੋ ਕਿ ਕਾਫੀ ਸਾਰੀਆਂ ਲਾਈਨਸ ਨੇ ਜੋ ਕਿ ਹੌਰੀਜ਼ੌਂਟਲ ਪਲਾਟ ਕੀਤੀਆਂ ਹੋਈਆਂ ਨੇ, ਕਾਫੀ ਸਾਰੀਆਂ ਵਰਟੀਕਲ ਪਲਾਟ ਕੀਤੀਆਂ ਹੋਈਆਂ ਨੇ, ਔਰ ਇੱਥੇ ਇੱਕ ਕਰਵ ਹੈ, ਔਰ ਇਸ ਦੇ ਵਿੱਚ ਸਾਡੇ ਕੋਲ ਕੁਝ ਐਂਗਲਡ ਲਾਈਨਸ ਨੇ ਜੋ ਕਿ ਬਲੈਕ ਕਲਰ ਦੇ ਵਿੱਚ ਰਿਪਰੈਜ਼ੈਂਟ ਕੀਤੀਆਂ ਹੋਈਆਂ ਨੇ, ਔਰ ਸਟਾਰਟਿੰਗ ਦੇ ਉੱਤੇ ਇਹਨਾਂ ਦਾ ਡਿਸਟੈਂਸ ਬਲੈਕ ਲਾਈਨਸ ਦਾ ਘੱਟ ਹੈ। ਜਿਵੇਂ ਜਿਵੇਂ ਅੱਗੇ ਨੂੰ ਵੱਧ ਰਹੀਆਂ ਨੇ ਇਹਨਾਂ ਦਾ ਡਿਸਟੈਂਸ ਜੋ ਹੈ ਉਹ ਵੀ ਵੱਧਦਾ ਜਾ ਰਿਹਾ। ਕੁਝ ਇੱਥੇ ਲਾਈਨਸ ਨੇ ਜੋ ਕਿ ਯੂਨੀਫਾਰਮਲੀ ਡਿਸਟ੍ਰੀਬਿਊਟ ਕੀਤੀਆਂ ਹੋਈਆਂ ਨੇ, ਔਰ ਐਂਗਲ ਦੇ ਉੱਤੇ ਹੈ ਇਹਨਾਂ ਦਾ ਐਂਗਲ 60 ਡਿਗਰੀ ਹੋਏਗਾ, ਔਰ ਜੋ ਕਿ ਰੈੱਡ ਕਲਰ ਦੇ ਵਿੱਚ ਰਿਪਰੈਜ਼ੈਂਟ ਕੀਤੀਆਂ ਹੋਈਆਂ ਨੇ। ਇਹ ਲਾਈਨਸ ਕੀ ਨੇ? ਕੁਝ ਇੱਥੇ ਸਕੇਲ ਹੈ ਜੋ ਕਿ ਬਿਲਕੁਲ ਰਾਈਟ ਸਾਈਡ 'ਤੇ ਸ਼ੋ ਕੀਤਾ ਹੋਇਆ, ਕੁਝ ਇੱਥੇ ਸਕੇਲ ਹੈ ਜੋ ਕਿ ਅਸੀਂ ਬਿਲਕੁਲ ਲੈਫਟ ਸਾਈਡ 'ਤੇ ਸ਼ੋ ਕੀਤਾ ਹੋਇਆ, ਕੁਝ ਇੱਥੇ ਸਕੇਲ ਹੈ ਜੋ ਐਂਗਲ ਦੇ ਉੱਤੇ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ। ਸੋ ਇਸ ਸਾਰੇ ਹੀ ਕੰਬੀਨੇਸ਼ਨ ਆਫ ਲਾਈਨਸ ਨੂੰ ਅਸੀਂ ਕਾਊਂਟ ਕਰਦੇ ਹਾਂ ਇੱਕ ਸਾਈਕੋਮੈਟ੍ਰਿਕ ਚਾਰਟ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹ ਡਿਫਰੈਂਟ ਜੋ ਲਾਈਨਸ ਨੇ ਉਹ ਸਾਨੂੰ ਇੱਥੇ ਕੀ ਸ਼ੋ ਕਰ ਰਹੀਆਂ ਨੇ, ਇੱਥੋਂ ਅਸੀਂ ਕੀ ਸਮਝ ਸਕਦੇ ਹਾਂ। ਜਿਵੇਂ ਕਿ ਅਸੀਂ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਇਸ ਚਾਰਟ ਦੇ ਉੱਤੇ ਡਰਾਈ ਬਲਬ ਟੈਂਪਰੇਚਰ ਦੀ, ਤੁਸੀਂ ਬਿਲਕੁਲ ਡਾਊਨ ਨੀਚੇ ਦੇਖ ਰਹੇ ਹੋ ਕਿ ਲਿਖਿਆ ਹੋਇਆ ਡਰਾਈ ਬਲਬ ਟੈਂਪਰੇਚਰ ਇਨ ਡਿਗਰੀ ਸੈਂਟੀਗ੍ਰੇਡ, ਔਰ ਇੱਥੇ ਜੋ ਟੈਂਪਰੇਚਰ ਰੇਂਜ ਇੱਥੇ ਦੇਖ ਰਹੇ ਹੋ ਤੁਸੀਂ -6 ਡਿਗਰੀ ਤੋਂ ਲੈ ਕੇ 50 ਡਿਗਰੀ ਤੱਕ ਰਿਪਰੈਜ਼ੈਂਟ ਇੱਥੇ ਕੀਤਾ ਹੋਇਆ, ਔਰ ਜਿੰਨੀਆਂ ਵੀ ਇੱਥੇ ਲਾਈਨਸ ਨੇ ਔਰ ਸਾਰੀਆਂ ਦੇ ਵਿਚਲਾ ਜੋ ਫਾਸਲਾ ਹੋਏਗਾ ਇਹ ਯੂਨੀਫਾਰਮ ਹੋਏਗਾ, ਔਰ ਇਹ ਸਾਨੂੰ ਸ਼ੋ ਕਰ ਰਿਹਾ ਇੱਥੇ ਡਰਾਈ ਬਲਬ ਟੈਂਪਰੇਚਰ ਜੋ ਕਿ ਸਾਡਾ ਵਰਟੀਕਲ ਡਾਇਰੈਕਸ਼ਨ ਦੇ ਵਿੱਚ ਹੋਏਗਾ। ਸੋ ਇਸ ਜਗ੍ਹਾ 'ਤੇ ਜੋ ਕਰਵ ਹੈ ਇਹਦੀ ਪਹਿਲਾਂ ਗੱਲ ਕਰ ਲਈ ਜਾਵੇ, ਇਸ ਨੂੰ ਅਸੀਂ ਕਾਊਂਟ ਕਰਦੇ ਹਾਂ ਇੱਕ ਸੈਚੂਰੇਸ਼ਨ ਕਰਵ, ਔਰ ਇਸ ਸੈਚੂਰੇਸ਼ਨ ਕਰਵ ਦੇ ਉੱਪਰ ਹੀ ਸਾਡੇ ਕੋਲ 3 ਚੀਜ਼ਾਂ ਇੱਥੇ ਨੋਟ ਹੁੰਦੀਆਂ ਨੇ। ਕੀ? ਇੱਕ ਤਾਂ ਸਭ ਤੋਂ ਪਹਿਲਾਂ ਗੱਲ ਕਰ ਲਈ ਜਾਵੇ ਕਿ ਵੈਟ ਬਲਬ ਟੈਂਪਰੇਚਰ, ਡਿਊ ਬਲਬ ਟੈਂਪਰੇਚਰ, ਔਰ ਤੀਸਰੀ ਹੈ ਸਾਡੀ ਰਿਲੇਟਿਵ ਹਿਊਮਿਡਿਟੀ। ਕਿ ਸੈਚੂਰੇਸ਼ਨ ਕਰਵ ਉਹ ਕਰਵ ਹੈ ਜਿਸ ਜਗ੍ਹਾ 'ਤੇ ਏਅਰ ਦੇ ਵਿੱਚ ਜੋ ਮੋਇਸਚਰ ਕੰਟੈਂਟ ਹੋਣਗੇ ਉਹ 100% ਏਅਰ ਜੋ ਹੋਏਗੀ ਸੈਚੂਰੇਟ ਹੋਏਗੀ, ਉਸ ਤੋਂ ਵੱਧ ਉਸ ਦੇ ਅੰਦਰ ਵਾਟਰ ਪਾਰਟੀਕਲਸ ਐਡ ਔਨ ਨਹੀਂ ਹੋ ਸਕਦੇ। ਸੋ ਇਹ ਜੋ ਕਰਵ ਹੈ ਇਹ ਰਿਪਰੈਜ਼ੈਂਟ ਕਰ ਰਹੀ ਹੈ ਇੱਕ ਤਾਂ ਕਿ ਸਾਡੇ ਕੋਲ ਇੱਥੇ ਜੋ ਰਿਲੇਟਿਵ ਹਿਊਮਿਡਿਟੀ ਹੈ ਏਅਰ ਦੀ, ਮੋਇਸਟ ਏਅਰ ਦੀ, ਉਹ 100% ਹੈ। ਇਸ ਤੋਂ ਹੀ ਜਿਵੇਂ ਜਿਵੇਂ ਅਸੀਂ ਨੀਚੇ ਨੂੰ ਆਵਾਂਗੇ ਤੁਸੀਂ ਇੱਥੇ ਹੋਰ ਡਿਫਰੈਂਟ ਕਰਵਸ ਦੇਖੋਗੇ ਜੋ ਕਿ ਸਾਨੂੰ ਡਿਫਰੈਂਟ ਰਿਲੇਟਿਵ ਹਿਊਮਿਡਿਟੀਜ਼ ਨੂੰ ਪਰਸੈਂਟੇਜ ਦੇ ਵਿੱਚ ਸ਼ੋ ਕਰ ਰਹੀ ਹੈ। ਜਿਵੇਂ ਕਿ ਇੱਥੇ ਸਾਡੇ ਕੋਲ 100% ਸ਼ੋ ਹੋ ਰਹੀ ਹੈ, ਨੈਕਸਟ ਲਾਈਨ 'ਤੇ 80%, ਫਿਰ 60, 40, 20। ਇਸੇ ਤਰੀਕੇ ਦੇ ਨਾਲ ਹੀ ਉੱਪਰ ਤੋਂ ਨੀਚੇ ਵੱਲ ਨੂੰ ਜੋ ਸਾਡੀ ਰਿਲੇਟਿਵ ਹਿਊਮਿਡਿਟੀ ਦੀ ਵੈਲਿਊ ਹੈ ਪਰਸੈਂਟੇਜ ਦੇ ਵਿੱਚ ਉਹ ਘਟਦੀ ਜਾਏਗੀ। ਇਨ ਬਿਟਵੀਨ ਸਾਡੇ ਕੋਲ ਵੈਲਿਊਜ਼ ਵੇਰੀ ਕਰਨਗੀਆਂ। ਜਿਵੇਂ ਕਿ ਮੰਨ ਲਓ ਮੈਂ 90% ਕਾਊਂਟ ਕਰਨੀ ਆ ਤਾਂ 80 ਤੇ 100 ਦੇ ਵਿਚਲੀ ਇੱਥੇ ਕਿਤੇ ਕੋਈ ਲਾਈਨ ਆਏਗੀ ਜੋ ਰਿਪਰੈਜ਼ੈਂਟ ਕਰੇਗੀ 90% ਰਿਲੇਟਿਵ ਹਿਊਮਿਡਿਟੀ। ਇਸੇ ਤਰ੍ਹਾਂ ਹੀ ਹੁਣ ਗੱਲ ਕਰ ਲਈਏ ਜਾਵੇ ਨੈਕਸਟ ਸੈਚੂਰੇਸ਼ਨ ਕਰਵ ਦੇ ਉੱਤੇ ਅਸੀਂ ਵੈਟ ਬਲਬ ਟੈਂਪਰੇਚਰ ਦੇ ਬਾਰੇ। ਜੋ ਇੱਥੇ ਸਾਡੇ ਕੋਲ ਹੁਣ ਬਲੈਕ ਕਲਰ ਦੀਆਂ ਲਾਈਨਾਂ ਜੋ ਕਿ 30 ਡਿਗਰੀ ਐਂਗਲ ਦੇ ਉੱਤੇ ਰਿਪਰੈਜ਼ੈਂਟ ਕੀਤੀਆਂ ਹੋਈਆਂ ਨੇ, ਜੋ ਕਿ ਸਟਾਰਟਿੰਗ ਤੋਂ ਲੈ ਕੇ ਜੋ ਆਪਸ ਦੇ ਵਿੱਚ ਜੋ ਡਿਫਰੈਂਸ ਹੈ ਉਹ ਘੱਟ ਹੈ। ਜਿਵੇਂ ਜਿਵੇਂ ਉੱਪਰ ਵੱਲ ਨੂੰ ਜਾਈ ਜਾ ਰਹੇ ਹਾਂ ਅਸੀਂ ਟੋ ਤੋਂ ਉੱਪਰ ਵੱਲ ਨੂੰ ਲੈਗ ਵੱਲ ਨੂੰ, ਤਾਂ ਇਹਨਾਂ ਦਾ ਜੋ ਡਿਸਟੈਂਸ ਹੈ ਇਹ ਵੱਧਦਾ ਜਾਏਗਾ। ਸੋ ਇਸ ਦੀ ਜੋ ਨੋਟੇਸ਼ਨ ਹੈ ਉਹ ਸਾਡੇ ਕੋਲ ਡਿਗਰੀ ਸੈਂਟੀਗ੍ਰੇਡ ਦੇ ਵਿੱਚ ਹੀ ਹੋਏਗੀ, ਔਰ ਜੋ ਇਹਦਾ ਟੈਂਪਰੇਚਰ ਅਸੀਂ ਨੋਟ ਕਰਾਂਗੇ ਉਹ ਸੈਚੂਰੇਸ਼ਨ ਕਰਵ ਦੇ ਉੱਪਰ ਹੀ ਕਰਾਂਗੇ। ਜਿਵੇਂ ਕਿ ਇੱਥੇ ਤੁਸੀਂ ਦੇਖ ਰਹੇ ਹੋ 15 ਡਿਗਰੀ, 20 ਡਿਗਰੀ, 25 ਡਿਗਰੀ, 30 ਡਿਗਰੀ। ਸੋ ਇਸੇ ਤਰੀਕੇ ਦੇ ਨਾਲ ਹੀ ਇਸ ਕਰਵ ਦੇ ਉੱਪਰ ਹੀ ਅਸੀਂ ਟੈਂਪਰੇਚਰ ਨੋਟ ਕਰਾਂਗੇ ਵੈਟ ਬਲਬ ਟੈਂਪਰੇਚਰ, ਔਰ ਉਹ ਰਿਪਰੈਜ਼ੈਂਟ ਕਰਨਗੀਆਂ ਸਾਡੀਆਂ ਟੇਪਰ ਬਲੈਕ ਕਲਰਡ ਲਾਈਨਸ। ਨੈਕਸਟ ਅਸੀਂ ਗੱਲ ਕਰਦੇ ਹਾਂ ਡਿਊ ਪੁਆਇੰਟ ਟੈਂਪਰੇਚਰ ਲਾਈਨਸ ਦੇ ਬਾਰੇ। ਜੋ ਡਿਊ ਪੁਆਇੰਟ ਟੈਂਪਰੇਚਰ ਲਾਈਨਸ ਨੇ ਇਹ ਜਿਹੜੀਆਂ ਸਾਡੇ ਕੋਲ ਹੌਰੀਜ਼ੌਂਟਲ ਲਾਈਨਸ ਇੱਥੇ ਨਜ਼ਰ ਆ ਰਹੀਆਂ ਨੇ ਉਹ ਸਾਡੀਆਂ ਹੋਣਗੀਆਂ ਡਿਊ ਪੁਆਇੰਟ ਟੈਂਪਰੇਚਰ ਲਾਈਨਸ। ਔਰ ਨੈਕਸਟ ਸਾਡੇ ਕੋਲ ਹੈ ਰਿਲੇਟਿਵ ਸਪੈਸੀਫਿਕ ਵੋਲਿਊਮ, ਜਾਂ ਇਸ ਨੂੰ ਅਸੀਂ ਗੱਲ ਕਰਦੇ ਹਾਂ ਸਪੈਸੀਫਿਕ ਵੋਲਿਊਮ ਇਕੱਲਾ ਵੀ ਨੋਟ ਕਰ ਸਕਦੇ ਹਾਂ, ਜੋ ਕਿ ਅਸੀਂ ਕਾਊਂਟ ਕਰਦੇ ਹਾਂ ਕਿਊਬਿਕ ਮੀਟਰ ਪਰ kg ਆਫ ਡਰਾਈ ਏਅਰ ਦੇ ਵਿੱਚ। ਔਰ ਇਹਦੀਆਂ ਜੋ ਰੈੱਡ ਕਲਰਡ ਲਾਈਨਸ ਨੇ ਜੋ ਕਿ ਯੂਨੀਫਾਰਮਲੀ ਡਿਸਟਰੀਬਿਊਟ ਕੀਤੀਆਂ ਨੇ, ਹਰ ਰੈੱਡ ਕਲਰ ਦੀ ਲਾਈਨ ਦੇ ਵਿੱਚ ਜੋ ਡਿਸਟੈਂਸ ਹੋਏਗਾ ਉਹ ਬਰਾਬਰ ਹੋਏਗਾ, ਔਰ ਇਹ ਸਾਡੇ ਕੋਲ 60 ਡਿਗਰੀ ਦੇ ਉੱਪਰ ਹੋਣਗੀਆਂ। ਨੈਕਸਟ ਹੈ ਸਾਡੇ ਕੋਲ ਸਪੈਸੀਫਿਕ ਹਿਊਮਿਡਿਟੀ। ਜੋ ਸਪੈਸੀਫਿਕ ਹਿਊਮਿਡਿਟੀ ਹੈ
ਉਸ ਨੂੰ ਅਸੀਂ ਇਹਨਾਂ ਹੀ ਜੋ ਸਾਡੇ ਕੋਲ ਡਿਊ ਪੁਆਇੰਟ ਟੈਂਪਰੇਚਰ ਲਾਈਨਸ ਨੇ, ਜੋ ਹੌਰੀਜ਼ੋਨਟਲ ਲਾਈਨਸ ਅਸੀਂ ਇੱਥੇ ਪਲਾਟ ਕੀਤੀਆਂ ਹੋਈਆਂ ਸੀ, ਇਹਨਾਂ ਨੂੰ ਅਗਰ ਸੈਚੂਰੇਸ਼ਨ ਕਰਵ ਦੇ ਉੱਪਰ ਸਟੱਡੀ ਕਰਾਂਗੇ ਤਾਂ ਸਾਨੂੰ ਡਿਊ ਪੁਆਇੰਟ ਟੈਂਪਰੇਚਰ ਦੱਸਣਗੀਆਂ। ਬਟ ਇਹਨਾਂ ਲਾਈਨਸ ਨੂੰ ਹੀ ਅਗਰ ਅਸੀਂ ਇਸ ਗ੍ਰਾਫ ਦੇ ਰਾਈਟ हैंड साइड ਤੇ ਸਟੱਡੀ ਕਰਾਂਗੇ ਤਾਂ ਸਾਨੂੰ ਵੈਲਿਊ ਮਿਲੇਗੀ ਸਪੈਸੀਫਿਕ ਹਿਊਮਿਡਿਟੀ ਦੀ, ਜੋ ਕਿ ਨੀਚੇ ਤੋਂ ਉੱਪਰ ਵੱਲ ਨੂੰ ਵੱਧਦੀ ਜਾਏਗੀ। ਔਰ ਇਹਦੇ ਹੀ ਬਿਲਕੁਲ ਲੈਫਟ ਸਾਈਡ ਦੇ ਉੱਪਰ ਰਾਈਟ ਸਾਈਡ ਦੇ ਉੱਪਰ ਹੈ ਸਾਡੇ ਕੋਲ ਸੈਂਸੀਬਲ ਹੀਟ ਫੈਕਟਰ, ਕਿ ਜੋ ਅਸੀਂ ਇੱਕ ਅੱਗੇ ਚੱਲ ਕੇ ਟਰਮ ਸਟੱਡੀ ਕਰਾਂਗੇ ਸੈਂਸੀਬਲ ਹੀਟ ਫੈਕਟਰ ਕੀ ਹੈ। ਸੋ ਇਹ ਸਕੇਲ ਸਾਨੂੰ ਰੀਡਿੰਗ ਦੇਗਾ ਕਿ ਸੈਂਸੀਬਲ ਹੀਟ ਫੈਕਟਰ ਕੀ ਹੋਏਗਾ ਕਿਸੇ ਵੀ ਵੈਲਿਊ ਦਾ। ਨੈਕਸਟ ਤੁਸੀਂ ਦੇਖ ਰਹੇ ਹੋ ਇੱਧਰ ਲੈਫਟ ਹੈਂਡ ਸਾਈਡ ਤੇ ਇੱਥੇ ਅਸੀਂ ਨੋਟ ਕੀਤਾ ਹੋਇਆ ਐਂਥੈਲਪੀ, ਜੋ ਕਿ ਕਿਲੋ ਜਾਊਲ ਪਰ ਕੇਜੀ ਦੇ ਵਿੱਚ ਅਸੀਂ ਕੈਲਕੂਲੇਟ ਕਰਾਂਗੇ। ਔਰ ਇਸ ਦਾ ਜੋ ਗ੍ਰਾਫ ਹੋਏਗਾ, ਜੋ ਇਸ ਦੀ ਜੋ ਕੈਲਕੂਲੇਸ਼ਨ ਹੋਏਗੀ, ਉਹ ਕੁਝ ਇਸ ਤਰੀਕੇ ਦੇ ਨਾਲ ਸ਼ੋ ਹੋਏਗੀ। ਮੀਨ ਟੂ ਸੇ ਕਿ ਜਦੋਂ ਅਸੀਂ ਕਿਸੇ ਵੀ ਪੁਆਇੰਟ ਤੇ ਐਂਥੈਲਪੀ ਦੀ ਵੈਲਿਊ ਕੈਲਕੂਲੇਟ ਕਰਨੀ ਆ ਤਾਂ ਇਹਦੇ ਰਿਸਪੈਕਟਿਵ ਅਸੀਂ ਇੱਥੇ ਟੇਪਰ ਵੈਲਿਊਜ਼ ਚੈੱਕ ਕਰਾਂਗੇ। ਔਰ ਇਹਦੀ ਜੋ ਟੇਪਰ ਹੋਏਗੀ ਐਗਜ਼ੈਕਟਲੀ ਸੇਮ ਹੋਏਗੀ 30 ਡਿਗਰੀ, ਜੋ ਕਿ ਸਾਡੀ ਵੈਟ ਬਲਬ ਟੈਂਪਰੇਚਰ ਲਾਈਨਸ ਦੀ ਸੀਗੀ। ਨੈਕਸਟ ਤੁਸੀਂ ਦੇਖ ਰਹੇ ਹੋ ਬਿਲਕੁਲ ਲੈਫਟ ਹੈਂਡ ਸਾਈਡ ਤੇ ਸਾਡੇ ਕੋਲ ਹੈ ਵੇਪਰ ਪ੍ਰੈਸ਼ਰ, ਕਿ ਅਗਰ ਅਸੀਂ ਕਿਸੇ ਵੀ ਪੁਆਇੰਟ ਦੇ ਕੋਰਸਪੋਂਡਿੰਗ ਵੇਪਰ ਪ੍ਰੈਸ਼ਰ ਕੈਲਕੂਲੇਟ ਕਰਨਾ ਤਾਂ ਉਸ ਨੂੰ ਅਸੀਂ ਡਾਇਰੈਕਟਲੀ ਇਹਨਾਂ ਹੌਰੀਜ਼ੋਨਟਲ ਲਾਈਨਸ ਦੀ ਹੈਲਪ ਦੇ ਨਾਲ ਅਸੀਂ ਇੱਧਰ ਮੈਚ ਆਊਟ ਕਰਕੇ ਦੇਖਾਂਗੇ ਕਿ ਸਾਡੇ ਕੋਲ ਕਿਹੜੀ ਵੈਲਿਊ ਆ ਰਹੀ ਹੈ। ਉੱਥੋਂ ਡਾਇਰੈਕਟਲੀ ਅਸੀਂ ਨੋਟ ਕਰ ਸਕਦੇ ਹਾਂ ਵੇਪਰ ਪ੍ਰੈਸ਼ਰ ਨੂੰ। ਸੋ ਇਹਦੇ ਨਾਲ ਹੀ ਅਸੀਂ ਦੇਖਿਆ ਕਿ ਜੋ ਡਿਫਰੈਂਟ ਪ੍ਰੋਪਰਟੀਜ਼ ਆਫ ਮੋਇਸਟ ਏਅਰ ਨੇ, ਉਹਨਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਗ੍ਰਾਫ ਦੇ ਉੱਤੇ ਰਿਪਰੈਜ਼ੈਂਟ ਕਰ ਸਕਦੇ ਹਾਂ ਔਰ ਉਹਨਾਂ ਦੀ ਆਇਡੈਂਟੀਫਿਕੇਸ਼ਨ ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ। ਸੋ ਇਹਦੇ ਨਾਲ ਹੀ ਮੇਰਾ ਸਾਈਕੋਮੈਟ੍ਰਿਕ ਚਾਰਟ ਦੇ ਉੱਤੇ ਜੋ ਮੇਰਾ ਵੀਡੀਓ ਸੀ ਉਹ ਕੰਪਲੀਟ ਹੈ। ਹੋਪਫੁਲੀ ਤੁਹਾਨੂੰ ਇਹ ਸਾਈਕੋਮੈਟ੍ਰਿਕ ਚਾਰਟ ਸਮਝ ਆਇਆ ਹੋਵੇਗਾ। ਨੈਕਸਟ ਵੀਡੀਓਜ਼ ਦੇ ਵਿੱਚ ਅਸੀਂ ਗੱਲ ਕਰਾਂਗੇ ਇਹਨਾਂ ਹੀ ਲਾਈਨਸ ਦੇ ਉੱਤੇ 1 ਬਾਏ 1 ਐਂਡ ਇਹਨਾਂ ਲਾਈਨਸ ਦੀ ਹੈਲਪ ਦੇ ਨਾਲ ਅਸੀਂ ਕੋਈ ਵੀ ਵੈਲਿਊ ਕਿਵੇਂ ਕੈਲਕੂਲੇਟ ਕਰਨੀ ਆ ਉਹਦੇ ਬਾਰੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ। ਸੋ ਥੈਂਕ ਯੂ ਵੈਰੀ ਮੱਚ ਵੀਡੀਓ ਦੇਖਣ ਦੇ ਲਈ। ਸਤਿ ਸ੍ਰੀ ਅਕਾਲ।